ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਪ੍ਰਵਾਸ ਕਰਦੀ ਨਜ਼ਰ ਆ ਰਹੀ ਆ। ਪੰਜਾਬ ਦੀ ਨੌਜਵਾਨੀ ਨੂੰ ਰੋਕਿਆ ਨਹੀਂ ਜਾ ਰਿਹਾ। ਇਹਦਾ ਕਾਰਨ ਕੀ ਮੰਨਦੇ ਹੋ? ਕਿਉਂਕਿ ਜਿੰਨਾ ਚਿਰ ਬੇਰੁਜ਼ਗਾਰੀ ਹੈ ਪੰਜਾਬ ਦੇ ਵਿੱਚ, ਜਿੰਨਾ ਚਿਰ ਜੋ ਵੀ ਸਿੱਖਿਆ ਤੁਸੀਂ ਪ੍ਰਾਪਤ ਕਰ ਰਹੇ ਆ, ਜੇ ਤੁਹਾਨੂੰ ਉਹਦੇ ਇਵਜ਼ ਦੇ ਵਿੱਚ ਚੰਗੀ ਨੌਕਰੀ ਨਹੀਂ ਮਿਲਦੀ ਤਾਂ ਕੁਦਰਤੀ ਤੌਰ ਤੇ ਨੌਜਵਾਨੀ ਬਾਹਰ ਜਾਣ ਦਾ ਸੋਚੇਗੀ। ਕਿ ਸਰਕਾਰੀ ਸਿੱਖਿਆ ਜਿਹੜੀ ਉਹ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਜਿਹੜੀ ਹੈ ਸਿੱਖਿਆ ਜਿਹੜੀ ਪ੍ਰਾਈਵੇਟ ਸਿੱਖਿਆ ਹੈ ਉਹ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਪਰ ਪੰਜਾਬੀ ਦਾ ਨਾਂ ਸੁਣਦਿਆਂ ਸਾਰੀ ਨੌਜਵਾਨ ਕਹਿੰਦੇ ਨੇ ਯਾਰ ਪੰਜਾਬੀ ਨੂੰ ਕੌਣ ਪੁੱਛਦਾ। ਕਈ ਨੌਜਵਾਨਾਂ ਦੇ ਮੂੰਹਾਂ ਦੇ ਵਿੱਚੋਂ ਇਹ ਗੱਲ ਸੁਣੀ ਗਈ ਆ। ਫਿਰ ਉਹਨਾਂ ਨੌਜਵਾਨਾਂ ਨੂੰ ਕਿਵੇਂ ਸਮਝਾਇਆ ਜਾਊਗਾ ਕਿ ਪੰਜਾਬੀ ਹੈ ਜਿਹੜੀ ਇੱਕ ਬੜੀ ਅਮੀਰ ਤੇ ਸੁਚੱਜੀ ਬੋਲੀ ਹੈਗੀ, ਜਿਸ ਨੂੰ ਬੋਲਦਿਆਂ ਸਾਰੀ ਸਾਡੇ ਮੂੰਹ ਦੇ ਵਿੱਚ ਰਸ ਭਰਨਾ ਸ਼ੁਰੂ ਹੋ ਜਾਂਦਾ ਹੈ। ਪੰਜਾਬੀ ਪੜ੍ਹੇ ਲਿਖੇ ਬੱਚੇ ਜਿਹੜੇ ਆ ਉਹ ਨੌਕਰੀ ਕਰਨ ਦੇ ਕਾਬਿਲ ਹੋ ਜਾਣਗੇ, ਇੱਥੇ ਨੌਕਰੀਆਂ ਅਵੇਲੇਬਲ ਹੋਣਗੀਆਂ, ਤਾਂ ਹੀ ਉਹ ਹੀਣ ਭਾਵਨਾ ਖਤਮ ਹੋਏਗੀ। ਇਸ ਕਰਕੇ ਬਹੁਤ ਜ਼ਰੂਰੀ ਹੈ। ਪਿਛਲੇ ਦਿਨੀ ਗੁਲਾਬੀ ਸੁੰਡੀ ਕਾਰਨ ਨਰਮਾ ਮਰ ਜਾਂਦਾ ਗਾ, ਤੇ ਜੇਕਰ ਉਸ ਤੋਂ ਬਾਅਦ ਦੀ ਗੱਲ ਕਰੀ ਤਾਂ ਜਿਹੜਾ ਝੋਨੇ ਦੀ ਖੇਤੀ ਹੁੰਦੀ ਹੈ, ਝੋਨੇ ਦੀ ਖੇਤੀ ਨੂੰ ਮੀਂਹ ਦੇ ਨਾਲ ਖਰਾਬ ਹੋ ਜਾਂਦੀ ਹੈਗੀ, ਗੜੇਮਾਰੀ ਹੋ ਜਾਂਦੀ ਆ। ਤੇ ਇੱਕ ਵਾਰ ਮੈਂ ਲਿਖਿਆ ਪੜ੍ਹਿਆ ਸੀ ਕਿ ਜਿਹੜੀ ਹਰੀ ਕ੍ਰਾਂਤੀ ਨਹੀਂ ਆਈ, ਇੱਕ ਮੌਤ ਦੇ ਵਾਰੰਟ ਆਏ ਨੇ। ਜਿੰਨਾ ਚਿਰ ਸਰਕਾਰਾਂ ਇਹਦੇ ਬਾਰੇ ਸੀਰੀਅਸ ਨਹੀਂ ਹੁੰਦੀਆਂ, ਜਿੰਨਾ ਚਿਰ ਕੇਂਦਰ ਸਰਕਾਰ ਜਿਹੜੀ ਹੈ ਉਹ ਇਸ ਗਲਤ ਕੰਮ ਤੋਂ ਪਿੱਛੇ ਨਹੀਂ ਹਟਦੀ, ਉਨਾ ਚਿਰ ਪੰਜਾਬ ਦੀ ਖੇਤੀ ਦਾ ਭਵਿੱਖ ਉਜਲਾ ਨਹੀਂ ਹੋਣਾ। ਕਣਕ ਤੇ ਸਿਰਫ ਜਿਹੜਾ ਉਹ ਝੋਨਾ, ਇਹਨਾਂ ਦੋ ਲਈ ਤਾਂ ਮੰਡੀਆਂ ਹੈਗੀਆਂ, ਬਾਕੀ ਫਸਲਾਂ ਲਈ ਜਿਹੜੀ ਕਿ ਉਹ ਮੰਡੀ ਵੀ ਅਵੇਲੇਬਲ ਨਹੀਂ ਹੈਗੀ। ਜਿੰਨਾ ਚਿਰ ਮੰਡੀਕਰਨ ਦੀ ਵਿਵਸਥਾ ਨੂੰ ਨਹੀਂ ਸੁਧਾਰਿਆ ਜਾਂਦਾ, ਜੋ ਵੀ ਫਸਲ ਕਿਸਾਨ ਜਿਹੜਾ ਉਹ ਪੈਦਾ ਕਰਦਾ ਉਹਨੂੰ ਸਹੀ ਭਾਅ ਨਹੀਂ ਮਿਲਦਾ, ਸਹੀ ਮੁੱਲ ਨਹੀਂ ਮਿਲਦਾ, ਉਨਾ ਚਿਰ ਖੇਤੀਬਾੜੀ ਦੀ ਹਾਲਤ ਇਸੇ ਤਰ੍ਹਾਂ ਰਹੇਗੀ। ਗੱਲ ਕਰਾਂਗੇ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਜਿਹੜੇ ਮੁੱਦਿਆਂ ਦਾ ਕਰਕੇ ਪੰਜਾਬ ਨੂੰ ਪ੍ਰਵਾਸ ਕਰਨਾ ਪੈ ਰਿਹਾ। ਜੇਕਰ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਨੌਜਵਾਨੀ ਪਿਛਲੇ 10-15 ਸਾਲਾਂ ਤੋਂ ਪ੍ਰਵਾਸ ਕਰਦੀ ਨਜ਼ਰ ਆ ਰਹੀ ਆ, ਤੇ ਪੰਜਾਬ ਦੀ ਨੌਜਵਾਨੀ ਨੂੰ ਰੋਕਣ ਦੇ ਲਈ ਕੋਈ ਉਦਮ ਨਹੀਂ ਕਰਿਆ ਜਾ ਰਿਹਾ। ਤਾਂ ਸਾਡੇ ਨਾਲ ਇਸ ਵਕਤ ਸਰਦਾਰ ਲਖਵਿੰਦਰ ਸਿੰਘ ਜੌਹਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਰ ਜੇ ਗੱਲ ਕਰੀਏ ਤਾਂ ਪੰਜਾਬ ਦੀ, ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਪ੍ਰਵਾਸ ਕਰਦੀ ਨਜ਼ਰ ਆ ਰਹੀ ਆ। ਪੰਜਾਬ ਦੀ ਨੌਜਵਾਨੀ ਨੂੰ ਰੋਕਿਆ ਨਹੀਂ ਜਾ ਰਿਹਾ। ਇਹਦਾ ਕਾਰਨ ਕੀ ਮੰਨਦੇ ਹੋ ਜੀ? ਕਾਰਨ ਤਾਂ ਲਗਾਤਾਰ ਸਾਡਾ ਸਿਸਟਮ ਹੈ ਜਿਹੜਾ ਬਹੁਤ ਸਾਲਾਂ ਤੋਂ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਚੰਗੀ ਸਿੱਖਿਆ ਪ੍ਰਦਾਨ ਕੀਤੀ ਜਾਵੇ ਔਰ ਸਿੱਖਿਆ ਜਿਹੜੀ ਹੈ ਉਹ ਨੌਕਰੀਆਂ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਕਿਉਂਕਿ ਜਿੰਨਾ ਚਿਰ ਬੇਰੁਜ਼ਗਾਰੀ ਹੈ ਪੰਜਾਬ ਦੇ ਵਿੱਚ, ਜਿੰਨਾ ਚਿਰ ਜੋ ਵੀ ਸਿੱਖਿਆ ਤੁਸੀਂ ਪ੍ਰਾਪਤ ਕਰ ਰਹੇ ਆ, ਜੇ ਤੁਹਾਨੂੰ ਉਹਦੇ ਇਵਜ਼ ਦੇ ਵਿੱਚ ਚੰਗੀ ਨੌਕਰੀ ਨਹੀਂ ਮਿਲਦੀ ਤਾਂ ਕੁਦਰਤੀ ਤੌਰ ਤੇ ਨੌਜਵਾਨੀ ਬਾਹਰ ਜਾਣ ਦਾ ਸੋਚੇਗੀ। ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ, ਬਹੁਤ ਲੰਮੇ ਸਮੇਂ ਤੋਂ ਇਹ ਗੱਲ ਹੋਈ ਨਹੀਂ ਹੈ। ਇੱਕ ਤਾਂ ਸਿੱਖਿਆ ਦੇ ਵੱਲ ਜਿਹੜਾ ਉਹ ਸਰਕਾਰਾਂ ਦੇ ਏਜੰਡੇ ਤੇ ਸਿੱਖਿਆ ਰਹੀ ਨਹੀਂ ਹੈ ਕਦੇ ਵੀ, ਔਰ ਲਗਾਤਾਰ ਜਿਹੜਾ ਸਰਕਾਰੀ ਸਿੱਖਿਆ ਦਾ ਤਾਂ ਬਹੁਤ ਹੀ ਬੁਰਾ ਹਾਲ ਹੋ ਗਿਆ ਔਰ ਇਹ ਗੱਲ ਜਿਹੜੀ ਆ ਉਹ ਲਗਾਤਾਰ ਸਮਝੀ ਜਾਣੀ ਚਾਹੀਦੀ ਸੀ, ਲੇਕਿਨ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹ ਗੱਲ ਨਹੀਂ ਸਮਝੀ ਗਈ। ਇਸ ਕਰਕੇ ਜਿੰਨਾ ਵੀ ਸਾਡਾ ਸਟਰਕਚਰ ਹੈ, ਸਿੱਖਿਆ ਦਾ ਤੰਤਰ ਹੈ ਜੋ, ਉਹ ਬੁਰੀ ਤਰ੍ਹਾਂ ਫੇਲ ਹੋ ਗਿਆ। ਔਰ ਸਾਨੂੰ ਚਾਹੀਦਾ ਕਿ ਅਸੀਂ ਜਿਹੜਾ ਉਹ ਇੱਕ ਤਾਂ ਨੌਕਰੀਆਂ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦੀ ਨਵੇਂ ਸਿਰੇ ਤੋਂ ਪਲੈਨਿੰਗ ਕਰੀਏ। ਦੂਸਰਾ ਇਹ ਹੈ ਕਿ ਸਿੱਖਿਆ ਮਹਿੰਗੀ ਨਹੀਂ ਹੋਣੀ ਚਾਹੀਦੀ, ਆਮ ਬੰਦੇ ਦੀ ਪਹੁੰਚ ਵਿੱਚ ਹੋਣੀ ਚਾਹੀਦੀ ਹੈ। ਇਸ ਵੇਲੇ ਸਮੱਸਿਆ ਸਭ ਤੋਂ ਵੱਡੀ ਇਹ ਆ ਰਹੀ ਹੈ ਕਿ ਸਰਕਾਰੀ ਸਿੱਖਿਆ ਜਿਹੜੀ ਉਹ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਜਿਹੜੀ ਹੈ ਸਿੱਖਿਆ ਜਿਹੜੀ ਪ੍ਰਾਈਵੇਟ ਸਿੱਖਿਆ ਹੈ ਉਹ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਇਸ ਕਰਕੇ ਇਹਦੇ ਬਾਰੇ ਸਰਕਾਰਾਂ ਨੂੰ ਬਹੁਤ ਗੰਭੀਰਤਾ ਨਾਲ ਸਿਰ ਜੋੜ ਕੇ ਔਰ ਸਿੱਖਿਆ ਸ਼ਾਸਤਰੀ ਜਿਹੜੇ ਸਾਡੇ ਪੁਰਾਣੇ ਨੇ ਉਹਨਾਂ ਨੂੰ ਬਿਠਾ ਕੇ ਇਹ ਸੋਚਿਆ ਜਾਣਾ ਚਾਹੀਦਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਹੋਣੇ ਜ਼ਰੂਰੀ ਹੈ। ਦੂਸਰੀ ਗੱਲ ਕਿ ਜਿਹੜੀ ਬਹੁਤ ਜ਼ਰੂਰੀ ਹੈ ਉਹ ਹੈਗੀ ਹੈ ਕਿ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ। ਜਿੰਨਾ ਚਿਰ ਪੰਜਾਬੀ ਮਾਧਿਅਮ ਦੇ ਵਿੱਚ ਸਿੱਖਿਆ ਨਹੀਂ ਦਿੱਤੀ ਜਾਂਦੀ, ਉਹਨਾਂ ਚਿਰ ਅਸੀਂ ਜਿਹੜਾ ਆ ਉਹ ਚੰਗੇ ਸਮਾਜ ਦੇ ਸਿਰਜਕ ਬੱਚੇ ਜਿਹੜੇ ਆ ਉਹ ਪੈਦਾ ਨਹੀਂ ਕਰ ਸਕਾਂਗੇ। ਸੋਚਣ ਵਾਲੇ ਬੱਚੇ ਨਹੀਂ ਹੋਣਗੇ, ਕ੍ਰੀਏਟਿਵ ਬੱਚੇ ਨਹੀਂ ਹੋਣਗੇ, ਨਹੀਂ ਤਾਂ ਸਿਰਫ ਤੇ ਸਿਰਫ ਆਪਰੇਟਰ ਬਣ ਕੇ ਰਹਿ ਜਾਣਗੇ, ਜੋ ਹੋ ਰਿਹਾ। ਸਰ ਜੇ ਗੱਲ ਕਰੀਏ ਤਾਂ ਜਿਵੇਂ ਚੰਗੀ ਸਿੱਖਿਆ ਦੀ ਗੱਲ ਕਰੀਏ, ਪੰਜਾਬੀ ਦੀ ਗੱਲ ਕਰੀਏ, ਪਰ ਪੰਜਾਬੀ ਦਾ ਨਾਂ ਸੁਣਦਿਆਂ ਸਾਰੀ ਨੌਜਵਾਨ ਕਹਿੰਦੇ ਨੇ ਯਾਰ ਪੰਜਾਬੀ ਨੂੰ ਕੌਣ ਪੁੱਛਦਾ। ਕਈ ਨੌਜਵਾਨਾਂ ਦੇ ਮੂੰਹਾਂ ਦੇ ਵਿੱਚੋਂ ਇਹ ਗੱਲ ਸੁਣੀ ਗਈ ਆ। ਪਰ ਅੱਜ ਇੱਕ ਬੜਾ ਅਹਿਮ ਦਿਨ ਹੈਗਾ ਜਿਹੜਾ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਮਨਾਇਆ ਜਾ, ਤੇ ਜਿਹੜਾ ਪੱਤਰਕਾਰੀ ਨੂੰ ਲੈ ਕੇ ਵੀ ਮਨਾਇਆ ਗਿਆ ਹੈਗਾ। ਫਿਰ ਉਹਨਾਂ ਨੌਜਵਾਨਾਂ ਨੂੰ ਕਿਵੇਂ ਸਮਝਾਇਆ ਜਾਊਗਾ ਕਿ ਪੰਜਾਬੀ ਹੈ ਜਿਹੜੀ ਇੱਕ ਬੜੀ ਅਮੀਰ ਤੇ ਸੁਚੱਜੀ ਬੋਲੀ ਹੈਗੀ, ਜਿਸ ਨੂੰ ਬੋਲਦਿਆਂ ਸਾਰੀ ਸਾਡੇ ਮੂੰਹ ਦੇ ਵਿੱਚ ਰਸ ਭਰਨਾ ਸ਼ੁਰੂ ਹੋ ਜਾਂਦਾ ਹੈਗਾ।
ਇਹੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਲਗਾਤਾਰ ਕਿਉਂਕਿ ਅਸੀਂ ਪੰਜਾਬੀ ਨਾਲੋਂ ਆਪਣੀ ਮਾਤ ਭਾਸ਼ਾ ਨਾਲੋਂ ਨਵੀਂ ਪੀੜ੍ਹੀ ਨੂੰ ਤੋੜ ਦਿੱਤਾ ਹੈ, ਇਸ ਕਰਕੇ ਉਹਨਾਂ ਦੇ ਵਿੱਚ ਇੱਕ ਹੀਣ ਭਾਵਨਾ ਪੈਦਾ ਹੋ ਗਈ ਹੈ। ਜਿੰਨਾ ਚਿਰ ਪੰਜਾਬੀ ਨਾਲ ਜੋੜ ਕੇ, ਜਿਵੇਂ ਮੈਂ ਪਹਿਲਾਂ ਕਿਹਾ, ਨੌਕਰੀਆਂ ਨਹੀਂ ਕ੍ਰੀਏਟ ਕੀਤੀਆਂ ਜਾਂਦੀਆਂ, ਜਦੋਂ ਪੰਜਾਬੀ ਪੜ੍ਹੇ ਲਿਖੇ ਬੱਚੇ ਜਿਹੜੇ ਆ ਉਹ ਨੌਕਰੀ ਕਰਨ ਦੇ ਕਾਬਿਲ ਹੋ ਜਾਣਗੇ, ਇੱਥੇ ਨੌਕਰੀਆਂ ਅਵੇਲੇਬਲ ਹੋਣਗੀਆਂ, ਤਾਂ ਹੀ ਉਹ ਹੀਣ ਭਾਵਨਾ ਖਤਮ ਹੋਏਗੀ। ਇਸ ਕਰਕੇ ਬਹੁਤ ਜ਼ਰੂਰੀ ਹੈ। ਔਰ ਪੰਜਾਬ ਸਰਕਾਰ ਨੇ, ਸਰਦਾਰ ਪ੍ਰਗਟ ਸਿੰਘ ਹੋਰਾਂ ਨੇ, ਜਿਹੜੇ ਕਿ ਭਾਸ਼ਾ ਦੇ ਵੀ ਮੰਤਰੀ ਨੇ, ਸਿੱਖਿਆ ਦੇ ਵੀ ਮੰਤਰੀ ਨੇ, ਉਹਨਾਂ ਨੇ ਪਿਛਲੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ 11 ਤਰੀਕ ਨੂੰ ਜੋ ਮਤੇ ਲੈ ਕੇ ਆਏ, ਜਿਹੜਾ ਉਹ ਸੋਧ ਕੀਤੀ ਗਈ ਪਹਿਲੇ ਕਾਨੂੰਨ ਦੇ ਵਿੱਚ 2007 ਵਾਲੇ ਦੇ ਵਿੱਚ, ਉਹ ਬਹੁਤ ਵੱਡੀ ਸੋਧ ਹੈ। ਔਰ ਉਸ ਤੋਂ ਵੀ ਬਿਨਾਂ ਅੱਜ ਜੋ ਉਹਨਾਂ ਨੇ ਐਲਾਨ ਕੀਤਾ, ਉਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਇੱਕ ਪੰਜਾਬ ਰਾਜ ਕਮਿਸ਼ਨ ਦੀ ਸਥਾਪਨਾ ਕਰਾਂਗੇ ਔਰ ਉਸ ਕਮਿਸ਼ਨ ਨੂੰ ਕਾਨੂੰਨੀ ਅਧਿਕਾਰ ਹੋਣਗੇ ਤਾਂ ਕਿ ਅਗਲੇ ਸਮੇਂ ਦੇ ਵਿੱਚ ਹਰ ਪੱਧਰ ਦੇ ਉੱਤੇ ਪੰਜਾਬੀ ਭਾਸ਼ਾ ਉਹਨੂੰ ਲਾਗੂ ਕੀਤਾ ਜਾਏ। ਜਦੋਂ ਇਹ ਕੰਮ ਹੋ ਗਿਆ ਜੇ ਅਗਲੇ ਦਿਨਾਂ ਦੇ ਵਿੱਚ, ਤਾਂ ਕੁਦਰਤੀ ਤੌਰ ਤੇ ਜਿਹੜਾ ਉਹ ਪੰਜਾਬੀ ਦਾ ਬੋਲਬਾਲਾ ਅੱਗੇ ਨਾਲੋਂ ਵਧੇਗਾ ਔਰ ਲੋਕਾਂ ਦੇ ਵਿੱਚ ਮਾਣ ਪੈਦਾ ਹੋਏਗਾ ਕਿ ਉਹ ਪੰਜਾਬੀ ਨੇ, ਪੰਜਾਬੀ ਭਾਸ਼ਾ ਉਹਨਾਂ ਦੀ ਭਾਸ਼ਾ ਹੈ, ਇਸ ਕਰਕੇ ਅੱਗੇ ਵਧਣ ਦੇ ਹੋਰ ਮੌਕੇ ਮਿਲਣਗੇ। ਸਰ ਜੇ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਖੇਤੀਬਾੜੀ ਨੂੰ ਲੈ ਕੇ, ਪੰਜਾਬ ਦੀ ਖੇਤੀਬਾੜੀ ਦਾ ਇੱਕ ਬੜਾ ਵੱਡਾ ਮੁੱਦਾ ਹੈਗਾ, ਕਿਉਂਕਿ ਪਿਛਲੇ ਦਿਨੀ ਗੁਲਾਬੀ ਸੁੰਡੀ ਕਾਰਨ ਨਰਮਾ ਮਰ ਜਾਂਦਾ ਹੈਗਾ, ਅਤੇ ਜੇਕਰ ਉਸ ਤੋਂ ਬਾਅਦ ਦੀ ਗੱਲ ਕਰੀ ਤਾਂ ਜਿਹੜਾ ਝੋਨੇ ਦੀ ਖੇਤੀ ਹੁੰਦੀ ਹੈ, ਝੋਨੇ ਦੀ ਖੇਤੀ ਨੂੰ ਮੀਂਹ ਦੇ ਨਾਲ ਖਰਾਬ ਹੋ ਜਾਂਦੀ ਹੈਗੀ, ਗੜੇਮਾਰੀ ਹੋ ਜਾਂਦੀ ਆ। ਅਤੇ ਇੱਕ ਵਾਰ ਮੈਂ ਲਿਖਿਆ ਪੜ੍ਹਿਆ ਸੀ ਕਿ ਜਿਹੜੀ ਹਰੀ ਕ੍ਰਾਂਤੀ ਨਹੀਂ ਆਈ, ਇੱਕ ਮੌਤ ਦੇ ਵਾਰੰਟ ਆਏ ਨੇ। ਇਹ ਗੱਲ ਬਿਲਕੁਲ ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਦੀ ਵੀ ਜਿਸ ਤਰ੍ਹਾਂ ਜਿਹੜੀ ਉਹ ਖੇਤੀ ਵਿਭਿੰਨਤਾ ਦੀ ਗੱਲ ਹੋਣੀ ਚਾਹੀਦੀ ਹੈ, ਉਹ ਨਹੀਂ ਹੋਈ। ਹਰੀ ਕ੍ਰਾਂਤੀ ਨੇ ਲਗਾਤਾਰ ਜਿਹੜਾ ਉਹ ਉਪਜ ਨੂੰ ਥੋੜ੍ਹੇ ਸਾਲਾਂ ਲਈ ਤਾਂ ਵਧਾ ਦਿੱਤਾ, ਪਰ ਸਸਟੇਨੇਬਲ ਖੇਤੀ ਜਿਹੜੀ ਹੈ ਉਹ ਅੱਗੋਂ ਜਿਹੜਾ ਉਹਦਾ ਰਾਸਤਾ ਬੰਦ ਕਰ ਦਿੱਤਾ। ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਨੇ ਜੋ 3 ਕਾਲੇ ਕਾਨੂੰਨ ਲਿਆਂਦੇ ਨੇ, ਉਹਨਾਂ ਨੇ ਹੋਰ ਵੀ ਜ਼ਿਆਦਾ ਪੱਠਾ ਬਿਠਾਉਣ ਵੱਲ ਕਦਮ ਚੁੱਕੇ ਆ ਔਰ ਲਗਾਤਾਰ ਪਿਛਲੇ 1 ਸਾਲ ਤੋਂ ਜਿਹੜੇ ਉਹ ਕਿਸਾਨ ਆਪਣੇ ਅੰਦੋਲਨ ਤੇ ਬੈਠੇ ਆ ਔਰ ਉਹਨਾਂ ਕਾਨੂੰਨਾਂ ਨੂੰ ਜਿਹੜਾ ਉਹ ਰੱਦ ਕਰਨ ਦੀ ਮੰਗ ਕਰ ਰਹੇ ਆ। ਜਿੰਨਾ ਚਿਰ ਸਰਕਾਰਾਂ ਇਹਦੇ ਬਾਰੇ ਸੀਰੀਅਸ ਨਹੀਂ ਹੁੰਦੀਆਂ, ਜਿੰਨਾ ਚਿਰ ਕੇਂਦਰ ਸਰਕਾਰ ਜਿਹੜੀ ਹੈ ਉਹ ਇਸ ਗਲਤ ਕੰਮ ਤੋਂ ਪਿੱਛੇ ਨਹੀਂ ਹਟਦੀ, ਉਨਾ ਚਿਰ ਪੰਜਾਬ ਦੀ ਖੇਤੀ ਦਾ ਭਵਿੱਖ ਉਜਲਾ ਨਹੀਂ ਹੋਣਾ। ਔਰ ਇਹਦੇ ਲਈ ਵੀ ਜਿਹੜਾ ਇੱਕ ਤਾਂ ਨਾਲ ਹੀ ਦੂਸਰੀ ਗੱਲ ਇਹ ਹੈ ਕਿ ਮੰਡੀਕਰਨ ਦੀ ਵਿਵਸਥਾ ਨੂੰ ਸੁਧਾਰਨਾ ਬੇਹੱਦ ਜ਼ਰੂਰੀ ਹੈ। ਕਣਕ ਤੇ ਸਿਰਫ ਜਿਹੜਾ ਉਹ ਝੋਨਾ, ਇਹਨਾਂ ਦੋ ਲਈ ਤਾਂ ਮੰਡੀਆਂ ਹੈਗੀਆਂ, ਬਾਕੀ ਫਸਲਾਂ ਲਈ ਜਿਹੜੀ ਕਿ ਉਹ ਮੰਡੀ ਵੀ ਅਵੇਲੇਬਲ ਨਹੀਂ ਹੈਗੀ। ਜਿੰਨਾ ਚਿਰ ਮੰਡੀਕਰਨ ਦੀ ਵਿਵਸਥਾ ਨੂੰ ਨਹੀਂ ਸੁਧਾਰਿਆ ਜਾਂਦਾ, ਜੋ ਵੀ ਫਸਲ ਕਿਸਾਨ ਜਿਹੜਾ ਉਹ ਪੈਦਾ ਕਰਦਾ ਉਹਨੂੰ ਸਹੀ ਭਾਅ ਨਹੀਂ ਮਿਲਦਾ, ਸਹੀ ਮੁੱਲ ਨਹੀਂ ਮਿਲਦਾ, ਉਹਨਾਂ ਚਿਰ ਖੇਤੀਬਾੜੀ ਦੀ ਹਾਲਤ ਇਸੇ ਤਰ੍ਹਾਂ ਰਹੇਗੀ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇੱਕ ਤਾਂ 3 ਕਾਲੇ ਕਾਨੂੰਨ ਰੱਦ ਹੋਣ, ਦੂਸਰਾ ਇਹ ਹੈ ਕਿ ਮੰਡੀਕਰਨ ਦੀ ਵਿਵਸਥਾ ਨੂੰ ਸੁਧਾਰਿਆ ਜਾਵੇ। ਸਰ ਜੀ ਗੱਲ ਕਰਦੇ ਹਾਂ ਤਾਂ ਜ਼ਿਮੀਂਦਾਰਾਂ ਦੇ ਗਲਾਂ ਦੇ ਵਿੱਚ ਰੱਸੇ ਪੈ ਰਹੇ ਨੇ, ਮਜ਼ਦੂਰ ਭੁੱਖੇ ਸੌਂ ਰਹੇ ਨੇ, 70 ਆਏ ਦਿਨ ਵਿਸਦੇ ਨੇ। ਜੇਕਰ ਨੌਜਵਾਨੀ ਦੀ ਗੱਲ ਕਰਦੇ ਹਾਂ, ਨੌਜਵਾਨੀ ਚਿੱਟੇ ਦੇ ਰਾਹ 'ਤੇ ਤੁਰ ਪਈ ਆ। ਕੁਝ ਕੁ ਏਰੀਆ ਅਜਿਹਾ ਹੈਗਾ ਜਿੱਥੇ ਘਰਾਂ ਦੇ ਘਰ ਖਾਲੀ ਹੋ ਰਹੇ ਨੇ। ਪਿਛਲੇ ਦਿਨੀ ਮਹਾਰਾਜ ਦੀ ਖਬਰ ਆਉਂਦੀ ਆ, 2 ਸਕੇ ਭਰਾਵਾਂ ਦੀ ਇੱਕੋ ਦਿਨ ਮੌਤ ਹੋ ਜਾਂਦੀ ਹੈ ਚਿੱਟਾ ਪੀਣ ਦੇ ਕਾਰਨ। ਮਾਂ ਕੱਪੜਿਆਂ ਵੱਲ ਵੇਖ ਕੇ ਰੋ ਰਹੀ ਹੈ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਸ ਪਾਸੇ ਵੱਲ ਵੀ ਜਿਹੜੀ ਇੱਕ ਤਾਂ ਅਵੇਅਰਨੈਸ ਹੋਣੀ ਜ਼ਰੂਰੀ ਹੈ, ਕਿਉਂਕਿ ਨੌਜਵਾਨਾਂ ਨੂੰ ਜੇਕਰ ਤੁਸੀਂ ਬੇਰੁਜ਼ਗਾਰੀ ਵੱਲ ਧਕੇਲੋਗੇ, ਜੇਕਰ ਤੁਸੀਂ ਉਹਨਾਂ ਨੂੰ ਰੋਟੀ ਰੋਜ਼ੀ ਦਾ ਉਹਨਾਂ ਦਾ ਪ੍ਰਬੰਧ ਨਹੀਂ ਕਰੋਗੇ, ਤਾਂ ਇਸੇ ਤਰ੍ਹਾਂ ਜਿਹੜੀ ਉਹ ਨਿਰਾਸ਼ਤਾ ਫੈਲਦੀ ਰਹੇਗੀ। ਔਰ ਇੱਕ ਤਾਂ ਇਹ ਹੈ ਕਿ ਜਿੱਥੇ ਨਸ਼ੇ ਦੇ ਤਸਕਰਾਂ ਉੱਤੇ ਸਖਤੀ ਨਾਲ ਨੱਥ ਪਾਉਣ ਦੀ ਜ਼ਰੂਰਤ ਹੈ, ਉੱਥੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੀ ਵੀ ਜ਼ਰੂਰਤ ਹੈ ਔਰ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਵੀ ਜ਼ਰੂਰਤ ਹੈ। ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ। ਅਸੀਂ ਇਸ ਵਕਤ ਲਖਵਿੰਦਰ ਸਿੰਘ ਜੌਹਲ ਦੇ ਨਾਲ ਖੜੇ ਹੋਏ ਸੀ। ਤਾਂ ਪੰਜਾਬ ਦੇ ਨਾਲ ਹੋਈਆਂ ਗੱਲਾਂ, ਪੰਜਾਬ ਦੀ ਜੇ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਤਰਾਸਦੀ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ। ਤਾਂ ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਅਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।